ਵਿਧਾਨ ਸਭਾ ਬਜਟ ਇਜਲਾਸ ਦੀ ਗੱਲ ਕਰੀਏ ਤੇ ਕੱਲ ਤੋਂ ਆ ਬਜਟ ਇਜਲਾਸ ਜਿਹੜਾ ਸ਼ੁਰੂ ਹੁੰਦਾ ਹੋਇਆ ਨਜ਼ਰ ਆਏਗਾ। ਲੇਕਿਨ ਇਸ ਵਾਰ ਸੱਤਾ ਧਿਰ ਦੀ ਗੱਲ ਕਰੀਏ, ਮੁਸ਼ਕਲਾਂ ਜਿਹੜੀਆਂ ਵੱਧਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ, ਕਿਉਂਕਿ ਜਿਹੜੇ ਵਾਅਦੇ 5 ਸਾਲ 4 ਸਾਲ ਪਹਿਲਾਂ ਕਾਂਗਰਸ ਨੇ, ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੀ ਜਨਤਾ ਨਾਲ ਕੀਤੇ ਸੀ, ਉਹ ਵਾਅਦੇ ਜਦੋਂ ਪੂਰੇ ਨਹੀਂ ਹੋਏ ਤੇ ਵਿਰੋਧੀ ਧਿਰ ਕਮਰ ਕੱਸ ਕੇ ਬੈਠਾ ਹੈ ਕਿ ਸਾਰੇ ਵਾਅਦਿਆਂ ਤੇ ਜਵਾਬ ਚਾਹੀਦਾ ਕਿ ਕਿਉਂ ਆ ਵਾਅਦੇ ਪੂਰੇ ਨਹੀਂ ਹੋਏ। ਇਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਕੱਲ ਵਿਧਾਨ ਸਭਾ ਦਾ ਘਿਰਾਵ ਵੀ ਕਰਨ ਵਾਲਾ ਇੱਕ ਵੱਡੀ ਰੈਲੀ ਜਿਹੜੀ ਹੈ ਉਹ ਸੈਕਟਰ 25 ਦੇ ਵਿੱਚ ਕੀਤੀ ਜਾਏਗੀ। ਇਸ ਵਕਤ ਮੈਂ ਉਸੇ ਗਰਾਊਂਡ ਦੇ ਵਿੱਚ ਮੌਜੂਦ ਹਾਂ ਜਿੱਥੇ ਤੁਸੀਂ ਵੇਖ ਸਕਦੇ ਹੋ ਇੱਕ ਵੱਡਾ ਪੰਡਾਲ ਲਾਇਆ ਗਿਆ ਸੈਕਟਰ 25 ਵਿਖੇ। ਆ ਇੱਕ ਵੱਡੀ ਰੈਲੀ ਹੋਏਗੀ। ਸੁਖਬੀਰ ਸਿੰਘ ਬਾਦਲ ਜਿਹੜੇ ਪਾਰਟੀ ਦੇ ਪ੍ਰਧਾਨ ਨੇ, ਉਹਨਾਂ ਦੀ ਅਗਵਾਈ ਹੇਠ ਆ ਰੈਲੀ ਹੋਊਗੀ ਔਰ ਉਸ ਤੋਂ ਬਾਅਦ ਇੱਥੋਂ ਹੀ ਪੈਦਲ ਮਾਰਚ ਕੱਢਿਆ ਜਾਏਗਾ। ਸਾਰੇ ਦੇ ਸਾਰੇ ਲੀਡਰ ਜਿਹੜੇ ਨੇ, ਜਿਹੜੇ ਵਰਕਰ ਇੱਥੇ ਆਣਗੇ, ਉਹ ਸਾਰੇ ਲੀਡਰ ਇੱਥੋਂ ਪੈਦਲ ਮਾਰਚ ਕੱਢਦੇ ਹੋਏ ਵਿਧਾਨ ਸਭਾ ਵੱਲ ਨੂੰ ਜਾਣਗੇ ਔਰ ਉੱਥੇ ਘਿਰਾਵ ਕੀਤਾ ਜਾਏਗਾ ਔਰ ਜਵਾਬ ਲਿੱਤੇ ਜਾਣਗੇ ਕਿ ਆਖਿਰ ਕਦੋਂ ਆ ਵਾਅਦੇ ਪੂਰੇ ਹੋਣਗੇ, ਕਿਉਂਕਿ ਆਖਰੀ ਬਜਟ ਹੈ। ਖਾਸੀਆਂ ਉਮੀਦਾਂ ਨੇ ਇਸ ਬਜਟ ਨਾਲ ਪੰਜਾਬ ਨੂੰ ਵੀ ਔਰ ਵਿਰੋਧੀ ਧਿਰ ਨੂੰ ਵੀ। ਡਾਕਟਰ ਦਲਜੀਤ ਸਿੰਘ ਚੀਮਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਾਡੇ ਨਾਲ ਨੇ, ਗੱਲਬਾਤ ਕਰਨੇ ਆ। ਚੀਮਾ ਸਾਹਿਬ, ਕਿੰਨੀਆਂ ਕੁ ਉਮੀਦਾਂ ਲਾ ਕੇ ਬੈਠੇ ਹੋ, ਕਿਉਂਕਿ ਆਖਰੀ ਬਜਟ ਦੱਸਿਆ ਜਾ ਰਿਹਾ ਕਿ ਇਸ ਸਰਕਾਰ ਦਾ ਆਖਰੀ ਬਜਟ ਹੈ। ਲੱਗਦਾ ਹੈ ਵਾਅਦੇ ਜਿਹੜੇ 4 ਸਾਲ ਪਹਿਲਾਂ ਕੀਤੇ ਸੀ ਪੂਰੇ ਹੋ ਸਕਦੇ ਨੇ? ਦੇਖੋ, ਵਾਅਦੇ ਕਿੱਥੋਂ ਪੂਰੇ ਹੋ ਜਾਂਦੇ? ਇਹਨਾਂ ਨੂੰ ਇੱਕ ਢੰਗ ਤਰੀਕਾ ਲੱਭ ਗਿਆ ਕਿ ਅਸੈਂਬਲੀ ਦੇ ਵਿੱਚ ਆਓ ਤੇ ਜ਼ੋਰ ਸ਼ੋਰ ਦੇ ਭਾਸ਼ਣ ਕਰ ਦਿਓ, ਲੱਛੇਦਾਰ ਭਾਸ਼ਣ, ਉਰਦੂ ਦੇ ਸ਼ਬਦ ਘੁਮਾ ਫਿਰਾ ਕੇ ਫਿਗਰਾਂ ਦੇ ਦਿਓ, ਤੇ ਜਦੋਂ ਬਾਹਰ ਕੋਈ ਪੁੱਛੇ ਵੀ ਤੁਹਾਡਾ ਕੀ ਬਣਿਆ ਜੀ, ਫਿਰ ਕਹੋ ਜੀ ਖਜ਼ਾਨਾ ਖਾਲੀ ਹੈ, ਸਾਨੂੰ ਤਾਂ ਕੇਂਦਰ ਨਹੀਂ ਪੈਸੇ ਦਿੰਦਾ, ਸਾਨੂੰ ਤਾਂ ਇੱਧਰੋਂ ਟੈਕਸ ਨਹੀਂ ਆਏ, ਸਾਨੂੰ ਤਾਂ ਇਹਦੀ ਮਾਰ ਪੈ ਗਈ। ਪਿਛਲੀਆਂ ਤੁਸੀਂ ਯਾਦ ਕਰੋ ਕਿ 4 ਬਜਟ ਪੇਸ਼ ਹੋ ਗਏ, ਕੋਈ ਇੱਕ ਵੀ ਬਜਟ ਪ੍ਰੈਕਟੀਕਲ ਸੀਗਾ? ਜੇ ਚਾਰੋਂ ਚੋਂ ਇੱਕ ਵੀ ਬਦਲ ਪ੍ਰੈਕਟੀਕਲ ਨਹੀਂ ਸੀਗਾ ਤੇ ਹੁਣ ਇਹਦੀ ਕਿੱਥੋਂ ਉਮੀਦ ਕਰ ਸਕਦੇ? ਤੁਸੀਂ ਤੇ ਹੁਣ ਤੱਕ 4 ਸਾਲਾਂ ਦੇ ਵਿੱਚ ਮੁਲਾਜ਼ਮਾਂ ਦੇ ਡੀਏ ਵੀ ਪੈਂਡਿੰਗ ਕਰਕੇ ਬੈਠੇ ਹੋ, ਉਹ ਵੀ ਕਿਸ਼ਤਾਂ ਨਹੀਂ ਦਿੱਤੀਆਂ। ਪੇ ਕਮਿਸ਼ਨ ਉਹਨਾਂ ਦਾ ਤੁਹਾਡੇ ਕੋਲ ਹਾਲੇ ਤੱਕ ਲਾਗੂ ਕਰਨ ਦੀ ਸੋਚ ਵੀ ਨਹੀਂ ਸਕਦੇ ਅਸੀਂ। ਹੁਣ ਉਲਟਾ ਤੁਸੀਂ ਉਹਨਾਂ ਨੂੰ ਕਹਿ ਰਹੇ ਹੋ ਕਿ ਤੁਸੀਂ ਜਿਹੜੇ ਆ ਪੁਰਾਣੇ ਸੈਂਟਰ ਦੇ ਪੇ ਸਕੇਲ ਆ ਉਹ ਐਕਸੈਪਟ ਕਰ ਲਓ। ਵਾਅਦੇ ਕੀਤੇ ਸੀ ਵੱਡੇ ਵੱਡੇ, ਕਿਸਾਨਾਂ ਦਾ ਸਾਰਾ ਕਰਜ਼ਾ ਮਾਫ ਕਰ ਦੇਂਗੇ। ਪਹਿਲੇ ਬਜਟ 'ਚ ਮੁੱਖ ਮੰਤਰੀ ਸਾਹਿਬ ਨੇ ਤੁਹਾਡੇ ਸਾਰਿਆਂ ਦੀ ਹਾਜ਼ਰੀ ਦੇ ਵਿੱਚ ਕਿਹਾ ਸੀ ਕਿ ਅੱਜ ਤੋਂ ਲਕੀਰ ਫੇਰ ਦਿੱਤੀ ਗਈ। ਤੇ ਹੁਣ ਸਰਦਾਰ ਕਿਰਪਾਲ ਸਿੰਘ ਤੇ ਜਗਤਾਰ ਸਿੰਘ ਪਿਓ ਪੁੱਤਰ ਜਿਨ੍ਹਾਂ ਨੇ ਸੁਸਾਈਡ ਕੀਤਾ, ਉਹਨਾਂ ਨੇ ਕੀ ਲਿਖਿਆ ਆਪਣੇ ਸੁਸਾਈਡ ਨੋਟ ਦੇ ਵਿੱਚ? ਵੀ ਸਾਡੇ ਨਾਲ ਠੱਗੀ ਵੱਜ ਗਈ। 1 ਏਕੜ ਜ਼ਮੀਨ ਸੀ ਪਰ ਠੱਗੀ ਵੱਜ ਗਈ, ਮਿਊਸ ਹੋ ਕੇ ਆਪਣੀ ਜ਼ਿੰਦਗੀ ਦੇ ਗਈ। ਇਹੀ ਹਾਲ ਬਾਕੀ ਕਿਸਾਨੀ ਦਾ। ਨੌਜਵਾਨਾਂ ਨੂੰ ਕਿਹਾ ਸੀ ਘਰ ਘਰ ਨੌਕਰੀਆਂ ਦੇ ਦੇਣ, ਹੁਣ ਕੋਈ ਨਵੀਂ ਇਹਨਾਂ ਨੇ ਕੋਈ ਇੰਪਲੋਇਮੈਂਟ ਬੱਚਿਆਂ ਨੂੰ ਦਿੱਤੀ ਹੋਵੇ? ਕੁਝ ਨਹੀਂ ਦਿੱਤਾ। ਇੱਕ ਸਮਾਰਟਫੋਨ ਦਾ ਵਾਅਦਾ ਸੀ, ਉਹ ਵੀ ਨਹੀਂ ਪੂਰਾ ਹੋਇਆ। ਇਸ ਕਰਕੇ ਨਸ਼ੇ 4 ਹਫ਼ਤੇ 'ਚ ਕਹਿੰਦੇ ਸੀ, ਹੁਣ ਹੋਮ ਡਿਲੀਵਰੀ ਸ਼ੁਰੂ ਹੋ ਗਈ, ਜਿਹੜੀ ਕਦੇ ਨਹੀਂ ਸੀ ਸੁਣੀ, ਉਹ ਵੀ ਕੰਮ ਕਰਕੇ ਦਿਖਾਤਾ। ਪੈਨਸ਼ਨਾਂ ਕਹਿੰਦੇ ਸੀ 2500 ਦੇ ਦਿਆਂਗੇ, ਪੁੱਛ ਲਓ ਬਜ਼ੁਰਗਾਂ ਨੂੰ ਵੀ ਜਿਹੜੀਆਂ ਪਿਛਲੀਆਂ ਲੱਗੀਆਂ ਸੀ ਉਹ ਵੀ ਕੱਟੀ ਜਾਂਦੇ। ਜਿਹੜੇ ਆਟਾ ਦਾਲ ਦੇ ਨਾਲ ਕਹਿੰਦੇ ਸੀ ਚਾਹ ਪੱਤੀ ਦਿਆਂਗੇ, ਆਟਾ ਦਾਲ ਹਜ਼ਾਰਾਂ ਦੀ ਗਿਣਤੀ 'ਚ ਲੋਕਾਂ ਦੇ ਕਾਰਡ ਉਹ ਵੀ ਕੱਟ ਦਿੱਤੇ। ਦਲਿਤਾਂ ਨੂੰ ਕਹਿੰਦੇ ਸੀ ਜਿਹਦੇ ਘਰ ਨਹੀਂ ਘਰ ਬਣਾ ਕੇ ਦਿਆਂਗੇ, ਤੁਸੀਂ ਪੰਜਾਬ 'ਚ ਜਾ ਕੇ ਦੇਖੋ ਕਿਸੇ ਇੱਕ ਦਲਿਤ ਨੂੰ ਵੀ ਘਰ ਬਣਾ ਕੇ ਦਿੱਤਾ ਕਿਸੇ ਨੇ। ਇਸ ਕਰਕੇ 100% ਝੂਠ ਦੇ ਨਾਲ ਸਰਕਾਰ ਦੇ 4 ਸਾਲ ਪੂਰੇ ਕਰ ਲਏ। ਇਸ ਤੋਂ ਵੱਡੀ ਪ੍ਰਾਪਤੀ ਕੀ ਹੋ ਸਕਦੀ? ਕਿਉਂਕਿ ਕੋਈ ਉਮੀਦ ਨਹੀਂ। ਇਹ ਇੱਕ ਰਸਮੀ ਕਾਰਵਾਈ ਹੈ, ਹੋ ਜਾਏਗੀ। ਪੰਜਾਬ ਦੀ ਜਨਤਾ ਦੇ ਨਾਲ ਠੱਗੀ ਮਾਰਨੀ ਸੀ, ਇਹਨਾਂ ਨੇ ਮਾਰਨੀ। ਲੇਕਿਨ ਦੂਜੇ ਪਾਸੇ ਅਗਰ ਸਰਕਾਰ ਦੀ ਗੱਲ ਕਰੀਏ, ਸਰਕਾਰ ਦੇ ਮੰਤਰੀ ਜਿਸ ਤਰ੍ਹਾਂ ਦੀ ਪ੍ਰੈਸ ਕਾਨਫਰੰਸ ਕਰਦੇ ਨਜ਼ਰ ਆਉਂਦੇ ਨੇ, ਜਿਸ ਤਰ੍ਹਾਂ ਦਾ ਆਪਣਾ ਰਿਪੋਰਟ ਕਾਰਡ ਜਿਹੜਾ ਉਹ ਜਨਤਾ ਦੇ ਸਾਹਮਣੇ ਰੱਖਦੇ ਨਜ਼ਰ ਆਉਂਦੇ ਮੀਡੀਆ ਰਾਹੀਂ, ਉਸ ਨੂੰ ਲੈ ਕੇ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ? ਕਿਉਂਕਿ ਕਈ ਪ੍ਰੈਸ ਕਾਨਫਰੰਸਾਂ ਪਿਛਲੇ ਦਿਨੋਂ ਹੁੰਦੀਆਂ ਵੀ ਨਜ਼ਰ ਆਈਆਂ ਜਿਸ ਦੇ ਵਿੱਚ ਵੱਡੇ ਲੇਖੇ ਜੋਖੇ ਦਿੱਤੇ ਗਏ, ਵੱਡੇ ਆંકੜੇ ਪੇਸ਼ ਕੀਤੇ ਗਏ। ਦੇਖੋ, ਗੱਲ ਇਹ ਹੈ ਕਿ ਜਦੋਂ ਝੂਠ ਨੂੰ ਹੀ ਤੁਸੀਂ ਸਾਰਾ ਕੁਝ ਸਮਝਣ ਲੱਗ ਜਾਓ ਨਾ ਵੀ ਇਹਦਾ ਹੀ ਆਧਾਰ 'ਤੇ ਚੱਲਣਾ ਹੈ, ਫਿਰ ਕੁਝ ਵੀ ਕਹੀ ਜਾਓ। ਗਰਾਊਂਡ 'ਤੇ ਕੀ ਹੋ ਰਿਹਾ ਮੈਂ ਜਿਹੜੇ ਪੁੱਛਦਾ, ਕਿੰਨੇ ਸਕੈਂਡਲ ਹੋ ਗਏ? ਇੱਕ ਦੀ ਵੀ 10 ਦਿਨ ਰੁਪਿੰਦਰ ਪੱਖ ਤੌਰ 'ਤੇ ਜਾਂਚ ਹੋਈ ਆ। ਸ਼ਰਾਬ ਦੀਆਂ 3 ਨਜਾਇਜ਼ ਫੈਕਟਰੀਆਂ ਫੜੀਆਂ ਗਈਆਂ, ਸਾਰਿਆਂ ਦੇ ਵਿੱਚ ਕਾਂਗਰਸ ਦੇ ਐਮਐਲਏ ਦੇ ਨਾਂ ਆਏ, ਕਿਸੇ ਇੱਕ ਦੇ ਉੱਤੇ ਪਰਚਾ ਦਰਜ ਹੋਇਆ। 125 ਬੰਦੇ ਜ਼ਹਿਰੀਲੀ ਸ਼ਰਾਬ ਪੀ ਕੇ ਮਰ ਗਏ। ਦੱਸੋ ਕਿਸੇ ਇੱਕ ਵੀ ਵੱਡੇ ਜਿਹੜੇ ਉਹਦੇ ਪਿੱਛੇ ਸਮਗਲਿੰਗ ਕਰਨ ਵਾਲੇ ਸੀ ਜਾਂ ਜਿਹੜੇ ਪੈਟਰੋਨੇਜ ਦੇਣ ਵਾਲੇ ਸੀ, ਕਿਸੇ ਇੱਕ ਦੇ ਉੱਤੇ ਵੀ ਪਰਚਾ ਹੋਇਆ ਹੋਵੇ? ਇਸ ਕਰਕੇ ਕੀ ਕਰੋਗੇ ਸਰਕਾਰ ਦਾ? ਹੁਣ ਬਿਜਲੀ ਦਾ ਜੋ ਹਾਲ ਹੈ, ਐਡੇ ਐਡੇ ਭਾਰੀ ਬਿਜਲੀ ਦੇ ਬਿੱਲ, ਜੇ ਬੰਦਾ ਬਿਜਲੀ ਦਾ ਬਿੱਲ ਜਮ੍ਹਾਂ ਕਰਾਏ ਤੇ ਘਰ 'ਚ ਰੋਟੀ ਖਾਣ ਜੋਗੇ ਨਹੀਂ ਪੈਸੇ ਬਚਦੇ। ਡੀਜ਼ਲ, ਪੈਟਰੋਲ, ਰਸੋਈ ਗੈਸ, ਤਿੰਨਾਂ ਨੇ ਕਚੂੰਬਰ ਕੱਢਿਆ ਹੋਇਆ ਮਹਿੰਗਾਈ ਦਾ। ਔਰ ਸੂਬੇ ਦੀ ਸਰਕਾਰ ਵੀ ਦੋਵੇਂ ਹੱਥੀਂ ਲੁੱਟਣ ਲੱਗੀ ਆ ਟੈਕਸ ਲਾ ਕੇ, ਕੇਂਦਰ ਦੀ ਸਰਕਾਰ ਵੀ ਲੱਗੀ ਹੋਈ ਹੈ। ਔਰ ਹੁਣ ਬੱਸਾਂ ਦੇ ਕਿਰਾਏ ਵੀ ਉਹਦੇ ਕਰਕੇ ਵਧਣ ਲੱਗੇ ਆ, ਰੇਲਵੇ ਦੇ ਕਿਰਾਏ ਵੀ ਵਧਣ ਲੱਗੇ ਆ, ਢੋਆ ਢੁਆਈ ਕਰਕੇ ਬਾਕੀ ਚੀਜ਼ਾਂ ਵੀ ਮਹਿੰਗੀਆਂ ਹੋ ਗਈਆਂ।
ਇਸ ਕਰਕੇ ਬਹੁਤ ਮੁਸ਼ਕਲ ਦੇ ਵਿੱਚ ਹੈ ਜਨਤਾ। ਇਹਨਾਂ ਦੇ ਝੂਠੇ ਅੰਕੜਿਆਂ ਤੇ ਹੁਣ ਕੋਈ ਇਤਬਾਰ ਨਹੀਂ ਕਰ ਲਗੇ। ਬਿਲਕੁਲ ਝੂਠੇ ਜਿਹੜੇ ਵਾਅਦੇ ਸੀ ਉਸ ਤੇ ਕੋਈ ਇਤਬਾਰ ਨਹੀਂ ਕਰੇਗਾ, ਅੰਕੜਿਆਂ ਤੇ ਇਤਬਾਰ ਨਹੀਂ ਕਰੇਗਾ। ਲੇਕਿਨ ਕੱਲ ਦਾ ਜਿਹੜਾ ਇੱਥੇ ਤੁਸੀਂ ਇੱਕ ਵੱਡੀ ਰੈਲੀ ਕਰਨ ਵਾਲੇ, ਉਸ ਤੋਂ ਬਾਅਦ ਵਿਧਾਨ ਸਭਾ ਦਾ ਘਿਰਾਵ ਕਰਨਾ, ਉਸ ਲਈ ਕੀ ਕੁਝ ਰਣਨੀਤੀ ਬਣਾਈ ਗਈ ਹੈ? ਕਿਹੜੇ ਕਿਹੜੇ ਮੁੱਖ ਮੁੱਦੇ ਰਹਿਣ ਵਾਲੇ ਹੈ ਜਿਸ ਨੂੰ ਲੈ ਕੇ ਤੁਸੀਂ ਵਿਧਾਨ ਸਭਾ ਪੁੱਜੋਗੇ? ਇਹ ਸਾਰੇ ਮੁੱਦੇ ਜਿਹੜੇ ਮੈਂ ਕਿਹਾ ਕਿ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਜਿੰਨੇ ਝੂਠੇ ਵਾਅਦੇ ਕੀਤੇ ਸੀ ਔਰ ਜਿੰਨੇ ਸਕੈਂਡਲ ਹੋਏ ਆ, ਇਹਨਾਂ 'ਚ ਕਿਸੇ ਦੀ ਵੀ ਜਾਂਚ ਨਹੀਂ ਹੋਈ। ਆ ਜਿਹੜੀ ਬਿਜਲੀ ਦੇ ਰੇਟ ਵਧੇ ਆ ਵਾਪਸੀ ਵਾਸਤੇ, ਪੈਟਰੋਲ ਤੇ ਡੀਜ਼ਲ ਦੀਆਂ ਪ੍ਰਾਈਸਿਸ ਦੇ ਵਾਸਤੇ, ਔਰ ਐਸਸੀ ਬੀਸੀ ਬੱਚਿਆਂ ਦਾ ਜਿਹੜਾ ਵੱਡਾ ਸਕੈਂਡਲ ਹੋਇਆ ਉਹਨਾਂ ਨਾਲ ਇਨਸਾਫ ਵਾਸਤੇ, ਇਹੀ ਸਾਰੇ ਮੁੱਦੇ ਨੇ ਜਿਹੜੇ ਜਨਤਾ ਦੇ ਮੁੱਦੇ ਨੇ। ਇਹਨਾਂ ਸਾਰਿਆਂ ਨੂੰ ਲੈ ਕੇ ਹੀ ਸਾਂਝੇ ਤੌਰ ਦੇ ਉੱਤੇ ਕੱਲ ਜਿਹੜੀ ਆ ਉਹ ਅਸੀਂ ਜਿਹੜਾ ਕੱਲ ਪੰਜਾਬ ਵਿਧਾਨ ਸਭਾ ਦਾ ਘਿਰਾਓ ਕਰਾਂਗੇ। ਬਿਲਕੁਲ, ਦੇਖੋ ਕੱਲ ਪੰਜਾਬ ਵਿਧਾਨ ਸਭਾ ਦਾ ਘਿਰਾਵ ਹੁੰਦਾ ਨਜ਼ਰ ਆਏਗਾ। ਬਜਟ ਇਜਲਾਸ ਜਿਹੜਾ ਉਹ ਸ਼ੁਰੂ ਹੋ ਰਿਹਾ ਹੈ। ਧੰਨਵਾਦ ਚੀਮਾ ਸਾਹਿਬ ਸਾਡੇ ਨਾਲ ਗੱਲਬਾਤ ਕਰਨ ਲਈ। ਬਿਲਕੁਲ, ਪਰਮਵੰਤ ਸਿੰਘ ਬੰਟੀ ਰੋਮਾਣਾ ਜਿਹੜੇ ਯੂਥ ਅਕਾਲੀ ਵਿੰਗ ਦੇ ਵੀ ਪ੍ਰਧਾਨ ਨੇ, ਉਹਨਾਂ ਨਾਲ ਵੀ ਗੱਲਬਾਤ ਕਰਨੇ ਆ। ਸਰ, ਇੱਕ ਵੱਡਾ ਇਕੱਠ ਕੱਲ ਇੱਥੇ ਹੋਣ ਵਾਲਾ ਹੈ, ਰੈਲੀ ਗਰਾਊਂਡ ਦੇ ਵਿੱਚ ਹੀ ਆਪਾਂ ਮੌਜੂਦ ਹਾਂ। ਕਈ ਮੁੱਦੇ ਨੇ, ਚੀਮਾ ਸਾਹਿਬ ਦੱਸਦੇ ਵੀ ਨਜ਼ਰ ਆਏ ਕਿ ਕਈ ਵੱਡੇ ਮਸਲੇ ਨੇ, ਕਈ ਸਕੈਂਡਲ ਵੀ ਹੋਏ, ਉਹਨਾਂ ਦੀ ਨਿਰਪੱਖ ਜਾਂਚ ਨਹੀਂ ਹੋਈ। ਹੋਰ ਕਿਹੜੇ ਕਿਹੜੇ ਮਸਲੇ ਨੇ? ਕਿਉਂਕਿ ਤੁਸੀਂ ਯੂਥ ਨਾਲ ਜੁੜੇ ਹੋਏ ਔਰ ਯੂਥ ਨੂੰ ਖਾਸੀਆਂ ਉਮੀਦਾਂ ਦਿਖਾਈਆਂ ਗਈਆਂ ਸੀ ਚੋਣਾਂ ਵੇਲੇ ਵੀ, ਬਜਟ ਵੇਲੇ ਵੀ। ਘਰ ਘਰ ਨੌਕਰੀ ਦੇਵਾਂਗੇ, ਪੈਨਸ਼ਨ ਦੇਵਾਂਗੇ, ਇਸ ਤੋਂ ਇਲਾਵਾ ਬੇਰੋਜ਼ਗਾਰੀ ਭੱਤੇ ਦੇਵਾਂਗੇ, ਲੇਕਿਨ ਮਿਲਿਆ ਕੁਝ ਨਹੀਂ। ਦੇਖੋ ਉਹੀ ਗੱਲ ਹੈ, ਕੋਈ ਸਰਕਾਰ ਜਦੋਂ ਕੋਈ ਪਾਰਟੀ ਸਰਕਾਰ ਬਣਾਉਂਦੀ ਹੈ ਆਪਦੇ ਵਾਅਦਿਆਂ ਦੇ ਸਿਰ ਤੇ, ਆਪਦੇ ਮੈਨੀਫੈਸਟੋ ਦੇ ਸਿਰ ਤੇ ਬਣਾਉਂਦੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਤਾਂ ਉਸ ਤੋਂ ਵੀ ਅਗਾਂਹ ਗੁਟਕਾ ਸਾਹਿਬ ਤੇ ਹੱਥ ਰੱਖ ਕੇ ਤਖਤ ਸ੍ਰੀ ਦਮਦਮਾ ਸਾਹਿਬ ਵੱਲ ਨੂੰ ਗੁਟਕਾ ਸਾਹਿਬ ਕਰਕੇ ਦਸਮ ਪਿਤਾ ਦੇ ਚਰਨਾਂ ਦੀ ਸਹੁੰ ਖਾਧੀ ਸੀ। ਅੱਜ 4 ਸਾਲ ਬਾਅਦ ਮੈਂ ਤਾਂ ਇੱਕੋ ਗੱਲ ਕਹਿਣਾ ਕਿ ਜਿਹੜੇ ਵਾਅਦੇ ਕੈਪਟਨ ਅਮਰਿੰਦਰ ਸਿੰਘ ਨੇ ਕੀਤੇ ਸੀ, ਚਾਹੇ ਉਹ ਕਿਸਾਨੀ ਕਰਜ਼ਾ ਮਾਫ ਕਰਨ ਦੀ ਗੱਲ ਸੀ, ਚਾਹੇ ਘਰ ਘਰ ਨੌਕਰੀ ਦੇਣ ਦੀ ਗੱਲ ਸੀ, ਚਾਹੇ ਬੇਰੋਜ਼ਗਾਰੀ ਭੱਤਾ ਦੇਣ ਦੀ ਗੱਲ ਸੀ, 51,000 ਸ਼ਗਨ ਸੀ, 2500 ਪੈਨਸ਼ਨ ਸੀ, ਆਟਾ ਦਾਲ ਨਾਲ ਖੰਡ ਘਿਓ ਚਾਹ ਪੱਤੀ, ਐਸਸੀ ਸਕਾਲਰਸ਼ਿਪ, ਹੋਰ ਅਨੇਕਾਂ ਵਾਅਦੇ ਸੀ। ਗੁਟਕਾ ਸਾਹਿਬ ਤੇ ਹੱਥ ਰੱਖ ਕੇ ਇਹ ਵਾਅਦਿਆਂ ਬਾਰੇ ਕਸਮਾਂ ਖਾਧੀਆਂ ਸੀ ਕਿ ਮੈਂ ਇਹ ਵਾਅਦੇ ਪੂਰੇ ਕਰੂੰਗਾ। ਮੈਂ ਤਾਂ ਇੱਕੋ ਗੱਲ ਤੇ ਗੱਲ ਨਿਬੇੜਦਾ ਕਿ ਅੱਜ ਕੈਪਟਨ ਅਮਰਿੰਦਰ ਸਿੰਘ ਗੁਟਕਾ ਸਾਹਿਬ ਤੇ ਹੱਥ ਰੱਖ ਕੇ ਤਖਤ ਸ੍ਰੀ ਦਮਦਮਾ ਸਾਹਿਬ ਵੱਲ ਨੂੰ ਹੱਥ ਕਰਕੇ ਇਸ ਗੱਲ ਦੀ ਸਹੁੰ ਖਾ ਸਕਦੇ ਆ ਕਿ ਜਿਹੜੇ ਮੈਂ ਵਾਅਦੇ ਕੀਤੇ ਸੀ, ਗੁਟਕਾ ਸਾਹਿਬ ਤੇ ਹੱਥ ਰੱਖ ਕੇ ਕਸਮਾਂ ਖਾਧੀਆਂ ਸੀ, ਅੱਜ ਮੈਂ ਪੂਰੀਆਂ ਕਰਤੀਆਂ। ਉਹ ਖਾ ਜਾਣ, ਮੈਂ ਉਹਨਾਂ ਦੀ ਗੱਲ ਮੰਨ ਲੂੰਗਾ। ਸੋ ਅੱਜ ਹਾਲਾਤ ਕੀ ਹੈ, 4 ਸਾਲਾਂ ਬਾਅਦ ਉਹਨਾਂ ਵਾਅਦਿਆਂ ਤੋਂ ਇੱਕ ਵੀ ਵਾਅਦੇ ਤੇ ਕੋਈ ਕੰਮ ਵੀ ਨਹੀਂ ਹੋਇਆ। ਪੂਰੇ ਹੋਣ ਦੀ ਤਾਂ ਬੜੀ ਦੂਰ ਦੀ ਗੱਲ ਹੈ। ਕੋਈ ਵੀ ਸਿੱਖ, ਅਸੀਂ ਪਿੰਡਾਂ 'ਚ ਰਹਿਣ ਵਾਲੇ ਬੰਦੇ ਆ, ਜਦੋਂ ਕੋਈ ਕਿਸੇ ਦਾ ਰੌਲਾ ਪੈ ਜੇ ਤਾਂ ਗੁਰਦੁਆਰੇ ਸਹੁੰ ਤੇ ਗੱਲ ਨਿਬੜਦੀ ਹੁੰਦੀ ਹੈ। ਤੇ ਜੇ ਸੂਬੇ ਦਾ ਮੁੱਖ ਮੰਤਰੀ ਗੁਟਕਾ ਸਾਹਿਬ ਤੇ ਹੱਥ ਰੱਖ ਕੇ ਝੂਠੀਆਂ ਕਸਮਾਂ ਖਾ ਜਾਵੇ, ਫਿਰ ਉਸ ਸੂਬੇ 'ਚ ਗੱਲ ਕਿੱਥੇ ਜਾ ਕੇ ਨਿਬੜੂਗੀ? ਮੇਰਾ ਤਾਂ ਇਹੀ ਸਵਾਲ ਹੈ। ਬਿਲਕੁਲ, ਕਾਫੀ ਵੱਡਾ ਸਵਾਲ ਹੈ ਔਰ ਇਸ ਸਵਾਲ ਦਾ ਜਵਾਬ ਕਿਆ ਸਮੁੱਚੀ ਕਾਂਗਰਸ ਦੇ ਪਾਊਗੀ, ਕਿਆ ਕੈਪਟਨ ਅਮਰਿੰਦਰ ਸਿੰਘ ਦੇ ਪਾਣਗੇ? ਇਹ ਹੁਣ ਵੇਖਣ ਵਾਲੀ ਗੱਲ ਰਹੇਗੀ। ਧੰਨਵਾਦ ਤੁਹਾਡਾ ਸਾਡੇ ਨਾਲ ਗੱਲਬਾਤ ਕਰਨ ਲਈ। ਬਿਲਕੁਲ, ਇੱਕ ਵੱਡਾ ਇਕੱਠ ਜਿਹੜਾ ਉਹ ਇੱਥੇ ਹੁੰਦਾ ਹੋਇਆ ਨਜ਼ਰ ਆਏਗਾ। ਇੱਕ ਵੱਡੀ ਰੈਲੀ ਜਿਹੜੀ ਹੈ ਉਹ ਕੱਲ ਇੱਥੇ ਹੁੰਦੀ ਹੋਈ ਨਜ਼ਰ ਆਏਗੀ ਔਰ ਇਸ ਰੈਲੀ ਦੇ ਵਿੱਚ ਸੁਖਬੀਰ ਸਿੰਘ ਬਾਦਲ ਜਿਹੜੇ ਨੇ ਉਹ ਇਸ ਦੀ ਅਗਵਾਈ ਕਰਨਗੇ। ਉਸ ਤੋਂ ਬਾਅਦ ਇੱਥੋਂ ਇੱਕ ਪੈਦਲ ਮਾਰਚ ਕੱਢਿਆ ਜਾਏਗਾ ਜਿਹੜਾ ਵਿਧਾਨ ਸਭਾ ਜਾਏਗਾ, ਜਿੱਥੇ ਕਈ ਮਸਲਿਆਂ ਨੂੰ ਲੈ ਕੇ ਜਿਹੜੀ ਸ਼੍ਰੋਮਣੀ ਅਕਾਲੀ ਦਲ ਹੈ ਉਹ ਸੱਤਾ ਧਿਰ ਕਾਂਗਰਸ ਪਾਰਟੀ ਜਿਹੜੀ ਹੈ ਉਸ ਨੂੰ ਘੇਰਦੀ ਨਜ਼ਰ ਆਏਗੀ। ਵੇਖਣ ਵਾਲੀ ਗੱਲ ਰਹੇਗੀ ਕਿ ਇਹਨਾਂ ਦੇ ਸਵਾਲਾਂ ਦਾ ਵਿਧਾਨ ਸਭਾ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਔਰ ਸਮੁੱਚੀ ਕਾਂਗਰਸ ਕਿਸ ਲਹਿਜੇ ਦੇ ਵਿੱਚ ਜਵਾਬ ਦਿੰਦੀ ਹੋਈ ਨਜ਼ਰ ਆਉਂਦੀ ਹੈ। ਕੈਮਰਾਮੈਨ ਆਨੰਦ ਦੇ ਨਾਲ ਵਿਨੀਤ ਕਪੂਰ, ਡੇਲੀ ਪੋਸਟ, ਚੰਡੀਗੜ੍ਹ।